ਪ੍ਰਧਾਨ ਸਾਹਿਬ ਲੌਂਗੋਵਾਲ ਸਾਹਿਬ ਦਾ ਇੱਕ ਬਿਆਨ ਆਇਆ ਵੀ ਦੀਪ ਸਿੱਧੂ ਦੇ ਅਗੇਂਸਟ ਕਾਰਵਾਈ ਕੀਤੀ ਜਾਊਗੀ। ਪ੍ਰਧਾਨ ਸਾਹਿਬ, ਜਿਹੜੀ ਗੱਲ ਮੈਂ ਤੁਹਾਡੇ ਤੋਂ ਪੁੱਛੀ ਆ ਜਾਂ ਜਿਹੜਾ ਸਵਾਲ ਮੈਂ ਤੁਹਾਨੂੰ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਮਿਸਿੰਗ ਆ, ਉਹਨਾਂ ਦੇ ਕਸਟੋਡੀਅਨ ਤੁਸੀਂ ਹੋ। ਸੋ ਜੇ ਕਸਟੋਡੀਅਨ ਤੁਸੀਂ ਹੋ ਤਾਂ ਉਹਦਾ ਜਵਾਬ ਤੁਸੀਂ ਦੇਣਾ ਜੀ। ਮੇਰੇ ਤੇ ਕਾਰਵਾਈ ਕਰਕੇ ਨਹੀਂ, ਆਵਾਜ਼ ਦਬਾ ਦਿੱਤੀ ਜਾਊਗੀ ਤਾਂ ਫਿਰ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ ਜੀ। ਕਿਉਂਕਿ ਤੁਸੀਂ ਸਾਡੀ ਜਿਹੜੀ ਇੱਕ ਜ਼ਮੀਰਾਂ ਨੂੰ ਜਦੋਂ ਐਂ ਕੁਚਲਦੇ ਰਹੋਗੇ ਜਾਂ ਸਾਨੂੰ ਮਾਰਦੇ ਰਹੋਗੇ ਜ਼ਮੀਰਾਂ ਨੂੰ, ਤਾਂ ਮੇਰੇ ਖਿਆਲ 'ਚ ਜਿਉਣਾ ਬਹੁਤ ਔਖਾ ਹੋ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰ ਦੇ ਸਭ ਬਾਖੂਬੀ ਜਾਣਦੇ ਹੋ ਕਿ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਜੋ 250 ਤੋਂ ਵੱਧ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਨੇ ਜਾਂ ਗੁੰਮ ਹੋਏ ਨੇ, ਉਹਨਾਂ ਦੇ ਉੱਤੇ ਉੱਚ ਪੱਧਰੀ ਜਾਂਚ ਕੀਤੀ ਜਾਵੇ। ਪਰ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਉਹ ਸਰੂਪ ਗਏ ਕਿੱਥੇ, ਕਿੱਦਾਂ ਚੋਰੀ ਹੋਏ, ਉਸ ਦੀ ਜਵਾਬਦਾਰੀ ਆਖਿਰ ਕਿਸ ਦੀ ਬਣਦੀ ਹੈ? ਜੋ ਸਾਡੀਆਂ ਸਰਮੋਰ ਜਥੇਬੰਦੀਆਂ ਤੇ ਕਾਬਜ਼ ਹੋਏ ਉੱਚ ਅਧਿਕਾਰੀ ਨੇ, ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਲਾ ਝਾੜ ਸਕਦੇ ਨੇ। ਇੱਕ ਸਰੂਪ ਨਹੀਂ, ਦੋ ਨਹੀਂ, ਚਾਰ ਨਹੀਂ, 250 ਤੋਂ ਵੱਧ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਦਾਂ ਗਾਇਬ ਹੋ ਜਾਂਦੇ ਨੇ? ਇਹ ਸਵਾਲਾਂ ਦੇ ਜਵਾਬ ਸਾਡੀਆਂ ਸਰਮੋਰ ਜਥੇਬੰਦੀਆਂ ਦੇ ਸਰਮੋਰ ਆਗੂਆਂ ਨੂੰ ਆਪ ਦੇਣੇ ਬਣਦੇ ਨੇ। ਪਰ ਅਗਰ ਅਜਿਹੇ ਸਵਾਲ ਕਿਸੇ ਵੱਲੋਂ ਪੁੱਛੇ ਜਾਂਦੇ ਨੇ ਤਾਂ ਉਸ ਦੇ ਜਵਾਬ ਤੇ ਇਵਜ਼ ਵਿੱਚ ਜੇ ਨੌਜਵਾਨ ਵਰਗ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਜੇ ਨੌਜਵਾਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਫਿਰ ਤੁਸੀਂ ਅਜਿਹੇ ਪ੍ਰਧਾਨ ਜਾਂ ਅਜਿਹੇ ਜਥੇਦਾਰਾਂ ਨੂੰ ਕੀ ਕਹੋਗੇ? ਨਾਨਕ ਨਾਮ ਲੈਵਾ ਹਰ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦਾ ਦਿਲੋਂ ਸਤਿਕਾਰ ਕਰਦਾ ਹੈ, ਆਪਣੇ ਆਪ ਨੂੰ ਸਮਰਪਿਤ ਕਰਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਉਹਨਾਂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਦਾ ਹੈ। ਪਰ ਅਗਰ ਗੱਲ ਕੀਤੀ ਜਾਵੇ ਦੀਪ ਸਿੱਧੂ ਦੀ, ਤਾਂ ਦੀਪ ਸਿੱਧੂ ਨੇ ਵੀ ਇਹੀ ਗੱਲ ਆਖੀ ਕਿ ਉਹ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਦੇ ਨੇ। ਪਰ ਜੋ ਸਵਾਲ ਪੁੱਛੇ ਗਏ ਨੇ, ਲੌਂਗੋਵਾਲ ਜੀ ਪ੍ਰਧਾਨ ਸਾਹਿਬ, ਉਹਨਾਂ ਦਾ ਜਵਾਬ ਦਿਓ, ਕਿਉਂਕਿ ਆਵਾਜ਼ ਦੱਬਣ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਭਾਵਨਾਵਾਂ ਸਮਝੋ, ਡਰਾਓ ਨਾ, ਧਮਕਾਓ ਨਾ, ਆਵਾਜ਼ ਉੱਠਦੀ ਹੋਈ ਸਾਡੀ ਦਬਾਓ ਨਾ। ਤੇ ਬਾਅਦ ਵਿੱਚ ਇਸ ਵੀਰ ਨੇ ਕੁਝ ਬਹੁਤ ਹੀ ਪਿਆਰੀਆਂ ਪੰਕਤੀਆਂ ਵੀ ਆਖੀਆਂ। ਇਹ ਤਖਤ ਉਹੀ ਹੈ, ਤਾਜ ਉਹੀ ਹੈ, ਇਹ ਸਾਜ਼ ਉਹੀ ਹੈ, ਰਾਗ ਉਹੀ ਹੈ, ਤੇ ਨਾ ਭੁੱਲਣ ਇਹ ਘਟੀਆ ਸਰਕਾਰਾਂ, ਸਿੰਘਾਂ ਦੇ ਗਾਟੇ ਵੀ ਉਹੀ ਨੇ, ਜੇ ਤਲਵਾਰ ਉਹੀ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਮੇਰਾ ਤੁਹਾਡੇ ਕੋਲੇ ਆਉਣਾ ਤੇ ਰੂਬਰੂ ਹੋਣਾ ਅੱਜ ਦੋ ਤਿੰਨ ਗੱਲਾਂ ਦਾ ਸਪਸ਼ਟੀਕਰਨ ਦੇਣਾ ਬਣਦਾ ਸੀ, ਇਸ ਕਰਕੇ ਮੈਂ ਆ ਕੇ ਰੂਬਰੂ ਹੋਇਆ। ਪਹਿਲੀ ਗੱਲ ਤਾਂ ਇਹ ਵੀ ਸਾਡੇ ਜਥੇਦਾਰ ਸਾਹਿਬਾਨ ਆ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਆ, ਉਹਨਾਂ ਨੇ ਕੋਈ ਬਿਆਨ ਦਿੱਤਾ ਸੀ ਤੇ ਮੈਂ ਇਹ ਗੱਲ ਬਹੁਤ ਕਲੀਅਰ ਕਰ ਦੇਣੀ ਚਾਹੁੰਦਾ ਵੀ ਜਥੇਦਾਰ ਸਾਹਿਬਾਨ, ਤੁਸੀਂ ਬਹੁਤ ਸਤਿਕਾਰਯੋਗ ਹੋ ਮੇਰੇ ਲਈ ਤੇ ਮੈਂ ਅਕਾਲ ਤਖਤ ਸਾਹਿਬ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਕੋਈ ਵੀ ਮੇਰੇ ਤੋਂ ਕਿਸੇ ਤਰ੍ਹਾਂ ਭੁੱਲ ਹੋ ਗਈ ਹੋਵੇ, ਅਕਾਲ ਤਖਤ ਸਾਹਿਬ ਦੀ ਸ਼ਾਨ 'ਚ, ਅਕਾਲ ਤਖਤ ਸਾਹਿਬ ਦਾ ਆਦਰ, ਸਨਮਾਨ, ਇੱਜ਼ਤ ਜਿਹੜਾ ਸਾਡੇ ਦਿਲਾਂ ਦੇ ਅੰਦਰ ਆ ਜਾਂ ਮੇਰੇ ਦਿਲ ਦੇ ਅੰਦਰ ਆ, ਕਿਸੇ ਵੀ ਤਰ੍ਹਾਂ ਦੀ ਜੇ ਮੈਂ ਭੁੱਲ ਹੋ ਗਈ ਹੋਵੇ, ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਅਕਾਲ ਤਖਤ ਸਾਹਿਬ ਦਾ ਕੋਈ ਵੀ ਹੁਕਮ ਮੇਰੇ ਲਈ ਸਿਰ ਮੱਥੇ ਆ, ਕਿਉਂਕਿ ਮੈਂ ਉੱਥੇ ਸੰਗਤ ਦੀਆਂ ਪਈਆਂ ਹੋਈਆਂ ਜਾਂ ਸੰਗਤ ਦੇ ਜਿਹੜੇ ਜੋੜੇ ਪਏ ਹੁੰਦੇ ਆ, ਮੇਰੀ ਜਿਹੜੀ ਆਪਦੀ ਉਹ ਤੁਸੀਂ ਕਹਿ ਲਓ ਵੀ ਇੱਕ ਓਡੈਸਿਟੀ ਆ ਜਾਂ ਔਕਾਤ ਆ, ਉਹ ਉਸ ਬਰਾਬਰ ਵੀ ਨਹੀਂ ਆ। ਸੋ ਅਕਾਲ ਤਖਤ ਸਾਹਿਬ, ਮੈਂ ਆਪਦੇ ਆਪ ਨੂੰ ਨਿਮਨ ਕਰਦਾ ਇਸ ਗੱਲ ਤੇ ਇਸ ਗੱਲ ਦਾ ਕੋਈ ਸ਼ੱਕ ਨਹੀਂ ਆ, ਕੋਈ ਸ਼ੰਕਾ ਨਹੀਂ ਆ ਮੇਰੇ ਮਨ 'ਚ, ਕਿਸੇ ਵੀ ਤਰ੍ਹਾਂ ਦੀ ਕੋਈ ਇਸ ਗੱਲ ਨੂੰ ਲੈ ਕੇ ਬਹਿਸ ਨਹੀਂ ਆ। ਮੈਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੂੰਗਾ। ਤੇ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਸੀ, ਉਹ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਮੈਨੂੰ ਪ੍ਰਧਾਨ ਸਾਹਿਬ ਲੌਂਗੋਵਾਲ ਸਾਹਿਬ ਦਾ ਇੱਕ ਬਿਆਨ ਆਇਆ ਵੀ ਦੀਪ ਸਿੱਧੂ ਦੇ ਅਗੇਂਸਟ ਕਾਰਵਾਈ ਕੀਤੀ ਜਾਊਗੀ। ਮੈਂ ਇੱਕ ਹੋਰ ਗੱਲ ਇਹ ਕਲੀਅਰ ਕਰ ਦੇਣੀ ਚਾਹੁੰਦਾ ਵੀ ਪ੍ਰਧਾਨ ਸਾਹਿਬ, ਜਿਹੜੀ ਗੱਲ ਮੈਂ ਤੁਹਾਡੇ ਤੋਂ ਪੁੱਛੀ ਆ ਜਾਂ ਜਿਹੜਾ ਸਵਾਲ ਮੈਂ ਤੁਹਾਨੂੰ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਮਿਸਿੰਗ ਆ, ਉਹਨਾਂ ਦੇ ਕਸਟੋਡੀਅਨ ਤੁਸੀਂ ਹੋ। ਸੋ ਜੇ ਕਸਟੋਡੀਅਨ ਤੁਸੀਂ ਹੋ
ਤਾਂ ਉਹਦਾ ਜਵਾਬ ਤੁਸੀਂ ਦੇਣਾ ਜੀ, ਮੇਰੇ ਤੇ ਕਾਰਵਾਈ ਕਰਕੇ ਨਹੀਂ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ, ਇਹਨਾਂ ਗੱਲਾਂ 'ਚ ਆਪਾਂ ਟਾਈਮ ਵੇਸਟ ਨਾ ਕਰੀਏ, ਕਿਉਂਕਿ ਜੇ ਅਸੀਂ ਬੋਲਦੇ ਆ ਉਹਦੀ ਵਜ੍ਹਾ ਇਹ ਆ ਵੀ ਅਸੀਂ ਕਿਸੇ ਨਾ ਕਿਸੇ ਜਿਹੜੇ ਹਾਲਾਤ ਪੈਦਾ ਕੀਤੇ ਗਏ ਆ ਨਾ ਕਿਸੇ ਵਜ੍ਹਾ ਕਰਕੇ, ਉਹਨਾਂ ਹਾਲਾਤਾਂ ਤੋਂ ਜਾਂ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਉਹਨਾਂ ਸਮੱਸਿਆਵਾਂ ਤੋਂ ਤੰਗ ਆ ਤੇ ਅਸੀਂ ਹਾਲਾਤਾਂ ਤੋਂ ਸੰਤੁਸ਼ਟ ਨਹੀਂ ਆ। ਹੁਣ ਜੇ ਅਸੀਂ ਹਾਲਾਤਾਂ ਤੋਂ ਸੰਤੁਸ਼ਟ ਨਹੀਂ ਆ ਤਾਂ ਕਿਤੇ ਨਾ ਕਿਤੇ ਅਸੀਂ ਇਹ ਚਾਹੁੰਦੇ ਆ ਵੀ ਇਹ ਸਭ ਕੁਝ ਚੇਂਜ ਹੋਵੇ, ਬਦਲਾਅ ਆਵੇ। ਇਸ ਕਰਕੇ ਅਸੀਂ ਆਪਦੀ ਆਵਾਜ਼ ਲੈ ਕੇ ਤੁਹਾਡੇ ਸਾਹਮਣੇ ਆਉਣੇ ਆ, ਕੁਝ ਆਪਦੇ ਸਵਾਲ ਲੈ ਕੇ ਤੁਹਾਡੇ ਸਾਹਮਣੇ ਆਉਣੇ ਆ। ਹੁਣ ਜਿਹੜੀ ਗੱਲ ਇੱਥੇ ਸਮਝਣ ਵਾਲੀ ਆ ਵੀ ਇਹ ਸਮੱਸਿਆਵਾਂ ਅਸੀਂ ਤਾਂ ਪੈਦਾ ਨਹੀਂ ਕੀਤੀਆਂ ਜੀ, ਇਹ ਸਮੱਸਿਆਵਾਂ ਤਾਂ ਸਾਡੇ ਗਲਾਂ 'ਚ ਪਾਤੀਆਂ। ਹੁਣ ਜੇ ਸਾਡੇ ਗਲਾਂ 'ਚ ਇਹ ਸਮੱਸਿਆਵਾਂ ਪਾਤੀਆਂ ਤੇ ਅੱਜ ਦੀ ਡੇਟ 'ਚ ਕੋਈ ਵੀ ਪੰਜਾਬ ਦੀ ਸਮੱਸਿਆ ਜਾਂ ਪੰਥ ਦੀ ਸਮੱਸਿਆ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਆ ਸਾਡੇ ਸਾਰਿਆਂ ਲਈ ਤੇ ਸੰਗਤ ਲਈ ਵੀ ਉਹ ਸਮੱਸਿਆ ਸਮੁੱਚਤਾ 'ਚ ਦੇਖੀ ਜਾਣੀ ਚਾਹੀਦੀ ਆ। ਇੰਡੀਅਨ ਪੋਲੀਟੀਕਲ ਸਿਸਟਮ ਤੋਂ ਜਾਂ ਇੰਡੀਅਨ ਪੋਲਿਟਿਕਸ ਤੋਂ ਜਾਂ ਇੰਡੀਅਨ ਸੋਸ਼ਲ ਸਿਸਟਮ ਜਾਂ ਰਿਐਲਿਟੀ ਤੋਂ ਉਹਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਆਪਣੀ ਸਾਰੀ ਸੰਗਤ ਨੂੰ ਪਤਾ ਵੀ ਇਸ ਗੱਲ ਦਾ ਬਹੁਤ ਗੂੜਾ ਸੰਬੰਧ ਆ ਪੰਜਾਬ ਦੀਆਂ ਸਮੱਸਿਆਵਾਂ ਦਾ, ਪੰਥ ਦੀਆਂ ਸਮੱਸਿਆਵਾਂ ਦਾ ਤੇ ਸਾਡੇ ਜਿਹੜੇ ਪੋਲੀਟੀਕਲ ਤੇ ਸੋਸ਼ਲ ਰਿਐਲਿਟੀ ਆ, ਜਾਂ ਤੁਸੀਂ ਇਹ ਕਹਿ ਲਓ ਵੀ ਸਾਡੀ ਇਸ ਟਾਈਮ ਜੋ ਵਰਤਮਾਨ 'ਚ ਰਾਜਸੀ ਸਮੱਸਿਆਵਾਂ ਦਾ ਤੇ ਪੰਥ ਦੀਆਂ ਸਮੱਸਿਆਵਾਂ ਦਾ ਬਹੁਤ ਗੂੜਾ ਸੰਬੰਧ ਆ। ਸੋ ਇਸ ਕਰਕੇ ਜੇ ਅਸੀਂ ਕੋਈ ਤੁਹਾਡੇ ਤੋਂ ਆ ਕੇ ਸਵਾਲ ਪੁੱਛਦੇ ਆ ਉਹਦੇ ਤੇ, ਜੇ ਰਾਜਸੀ ਸਵਾਲ ਪੁੱਛਦੇ ਆ ਉਹਦੇ ਤੇ ਵੀ ਪ੍ਰੋਬਲਮ ਖੜੀ ਹੋ ਜਾਂਦੀ ਆ, ਤੇ ਜੇ ਅਸੀਂ ਮੰਨ ਲਓ ਪੰਥਕ ਮਾਮਲੇ ਤੇ ਕੋਈ ਸਵਾਲ ਪੁੱਛ ਲੈਂਦੇ ਆ, ਸਾਡੇ 'ਚ ਅਗਿਆਨਤਾ ਹੋ ਸਕਦੀ ਆ, ਸਾਡੇ 'ਚ ਕਿਸੇ ਨਾ ਕਿਸੇ ਗੱਲ 'ਚ ਸਾਡੇ ਤੋਂ ਗਲਤੀ ਹੋ ਸਕਦੀ ਹੈ। ਉਨੀ ਕੁ ਫਰੀडम ਸਾਨੂੰ, ਉਨੀ ਕੁ ਆਜ਼ਾਦੀ ਸਾਨੂੰ ਦਿਓ ਵੀ ਅਸੀਂ ਅਗਿਆਨਤਾ 'ਚ ਕੋਈ ਗਲਤੀ ਕੀਤੀ ਹੋਵੇ ਤਾਂ ਤੁਸੀਂ ਉਹਨੂੰ ਸੰਵਾਦ ਰਾਹੀਂ ਠੀਕ ਕਰੋ, ਸਾਨੂੰ ਸਹੀ ਰਸਤੇ ਤੇ ਪਾਓ ਤੇ ਸਾਨੂੰ ਗਾਈਡ ਕਰੋ। ਪਰ ਗੱਲ ਕੀ ਹੁੰਦੀ ਆ, ਜੇ ਅਸੀਂ ਪੋਲੀਟੀਕਲ ਸਿਸਟਮ ਨੂੰ ਕੁਐਸਚਨ ਕਰਦੇ ਆ ਤਾਂ ਸਾਨੂੰ ਰਾਸ਼ਟਰਵਾਦ ਦੇ ਨਾਂ ਤੇ ਆ ਕੇ ਘੇਰ ਲਿਆ ਜਾਂਦਾ, ਜਾਂ ਸਾਨੂੰ ਦੇਸ਼ ਦੇ ਵਿਰੁੱਧ ਕੋਈ ਨੀਤੀਆਂ ਘੜ ਰਹੇ ਆ ਇਸ ਗੱਲ ਨੂੰ ਅੱਗੇ ਰੱਖ ਕੇ ਘੇਰ ਲਿਆ ਜਾਂਦਾ। ਜੇ ਅਸੀਂ ਪੰਥ ਤੇ ਕੋਈ ਸਵਾਲ ਕਰਦੇ ਆ ਤਾਂ ਸਾਨੂੰ ਗੁਰੂ ਖਾਲਸਾ ਪੰਥ ਦੇ ਨਾਂ ਤੇ, ਜਾਂ ਤੁਸੀਂ ਇਹ ਕਹਿ ਲਓ ਵੀ ਧਰਮ ਦੇ ਨਾਂ ਤੇ ਅਸੀਂ ਕੋਈ ਗੱਲ ਉਸ ਆਣ ਸ਼ਾਨ 'ਚ ਜੇ ਕੋਈ ਗੱਲ ਕਹੀ ਆ ਉਸ ਨਾਂ ਤੇ ਘੇਰ ਲਿਆ ਜਾਂਦਾ। ਹੁਣ ਜੇ ਇਹ ਸੋਸ਼ਲ ਟੈਰਰ ਕ੍ਰੀਏਟ ਕਰਨਾ ਤੁਸੀਂ ਬੰਦ ਨਹੀਂ ਕੀਤਾ ਤੇ ਸਾਡੀਆਂ ਆਵਾਜ਼ਾਂ ਆਈ ਦਬਦੀਆਂ ਰਹੀਆਂ, ਜਾਂ ਤੁਸੀਂ ਅੱਜ ਦੀ ਡੇਟ 'ਚ ਸਿਚੁਏਸ਼ਨ ਦੇਖ ਲਓ ਪੰਜਾਬ 'ਚ, ਕੋਈ ਨੌਜਵਾਨ ਜਾਂ ਕੋਈ ਵੀ ਬੰਦਾ ਰਾਜਸੀ ਗੱਲ ਕਰੇ ਉਹਦੇ ਤੋਂ ਡਰਦਾ, ਪੰਥ ਦੀ ਕੋਈ ਗੱਲ ਕਰੇ ਉਸ ਗੱਲ ਤੋਂ ਡਰਦਾ। ਅਸੀਂ ਸਾਡੇ 'ਚ ਅਗਿਆਨਤਾ ਜ਼ਰੂਰ ਹੈ ਜੀ, ਸਾਡੀਆਂ ਜਿਹੜੀਆਂ ਅੰਦਰ ਸਾਡੇ ਦਿਲ ਦੀਆਂ ਭਾਵਨਾਵਾਂ ਉਹ ਮਾੜੀਆਂ ਨਹੀਂ ਆ, ਸਾਡੇ ਅੰਦਰ ਸਿਰਫ ਦਰਦ ਆ, ਆਪਦੀ ਧਰਤੀ ਲਈ ਦਰਦ ਆ, ਪੰਜਾਬ ਦੇ ਲੋਕਾਂ ਲਈ ਦਰਦ ਆ, ਪੰਥ ਲਈ ਦਰਦ ਆ। ਇਸ ਲਈ ਕੋਈ ਸਵਾਲ ਤੁਹਾਡੇ ਸਾਹਮਣੇ ਲੈ ਕੇ ਆਏ ਸੀ। ਕਿਸੇ ਵੀ ਤਰ੍ਹਾਂ ਕਿਸੇ ਨੂੰ, ਕਿਸੇ ਦੇ ਦਿਲ ਨੂੰ ਜਾਂ ਅਦਰਵਾਈਜ਼ ਕਿਸੇ ਵੀ ਤਰ੍ਹਾਂ ਠੇਸ ਪਹੁੰਚਾਉਣ ਦੀ ਕੋਈ ਗੱਲ ਨਹੀਂ ਸੀ, ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇਹ ਲੱਗ ਰਿਹਾ ਵੀ ਜਿਹੜੀਆਂ ਸਮੱਸਿਆਵਾਂ ਸਾਡੇ ਗਲਾਂ 'ਚ ਪਾਤੀਆਂ ਉਹਦਾ ਜਵਾਬ ਦਿਓ, ਉਹਦਾ ਹੱਲ ਕਰੋ ਹੁਣ। ਕਿਉਂਕਿ ਅਦਰਵਾਈਜ਼ ਜੋ ਮੈਂ ਸਾਰੀ ਇਹ ਚੀਜ਼ ਦੇਖਦਾ, ਜਦੋਂ ਮੈਂ ਸਾਰਾ ਵਰਤਾਰਾ ਦੇਖਦਾ, ਸਮੁੱਚਤਾ 'ਚ ਸਮਝਦਾ ਵੀ ਜੇ ਇੰਡੀਅਨ ਪੋਲੀਟੀਕਲ ਸਿਸਟਮ ਤੇ ਜਾਂ ਇੰਡੀਅਨ ਸੋਸ਼ਲ ਰਿਐਲਿਟੀ ਤੇ ਗੱਲ ਕਰੀਏ ਤਾਂ ਤੁਸੀਂ ਸੈਡੇਸ਼ਨ ਲਾਜ਼ ਇਨਵੋਕ ਕਰਨ ਲੱਗ ਜਾਂਦੇ ਹੋ ਸਾਡੇ ਅਗੇਂਸਟ, ਵੀ ਦੇਸ਼ ਧਰੋਹੀਆਂ ਵਾਲੀਆਂ ਗੱਲਾਂ ਕਰਦੇ ਹੋ ਜੀ, ਤੁਸੀਂ ਦੇਸ਼ ਦੇ ਟੁਕੜੇ ਕਰਾਓਗੇ। ਨਹੀਂ, ਐਸੀ ਕੋਈ ਗੱਲ ਨਹੀਂ ਹੋ ਰਹੀ। ਜੇ ਅਸੀਂ ਪੰਥ ਦੀ ਗੱਲ ਕਰੀਏ ਤਾਂ ਗੁਰੂ ਖਾਲਸਾ ਪੰਥ ਦੀ ਸ਼ਾਨ 'ਚ ਕੋਈ ਗੱਲ ਅਸੀਂ ਗਲਤ ਕਹਿਤੀ, ਇਹ ਗੱਲ ਹੋਣ ਲੱਗ ਜਾਂਦੀ ਹੈ ਜੀ ਅਸੀਂ ਝੂਠੇ ਆ, ਅਸੀਂ ਗੁਰੂ ਤੋਂ ਬੇਮੁਖ ਹਾਂ, ਜਾਂ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦਾ ਡਰ ਨਹੀਂ ਆ। ਇਹੋ ਜੀ ਕੋਈ ਗੱਲ ਨਹੀਂ ਆ। ਗੁਰੂ ਸਾਹਿਬਾਨਾਂ ਤੋਂ ਇਲਾਵਾ ਸਾਡੇ ਪੱਲੇ ਕੀ ਹੈ ਜੀ? ਮੈਂ ਤਾਂ ਜਿਵੇਂ ਕਿਹਾ, ਗੁਰੂ ਘਰ 'ਚ ਜਿਹੜੇ ਸੰਗਤ ਦੇ ਜੋੜੇ ਪਏ ਹੁੰਦੇ ਆ, ਮੈਂ ਤਾਂ ਉਹਨਾਂ ਵਰਗਾ ਵੀ ਨਹੀਂ ਆ। ਸੋ ਪਰ ਜੇ ਸਾਡੀ ਆਵਾਜ਼ ਦਬਾਓਗੇ ਜਾਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿਓਗੇ, ਫਿਰ ਨਾ ਇੱਕ ਅੰਗਰੇਜ਼ੀ ਦੀ ਇੱਕ ਤੁਸੀਂ ਇਹ ਕਹਿ ਲਓ ਇੱਕ ਥਿਊਰੀ ਆ, ਸਬਜੈਕਟ ਐਂਡ ਆਬਜੈਕਟ ਥਿਊਰੀ। ਹੁਣ ਇਹਦੇ ਵਿੱਚ ਸਬਜੈਕਟ ਤੇ ਆਬਜੈਕਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਸਬਜੈਕਟ ਕੌਣ ਹੁੰਦਾ? ਸਬਜੈਕਟ ਇਜ਼ ਦ ਵਨ ਹੂ ਨੋਜ਼ ਐਂਡ ਐਕਟਸ।
And what is an object? Object is the one who's been acted upon. ਮਤਲਬ ਸਬਜੈਕਟ ਉਹ ਆ ਜਿਹੜਾ ਕੋਈ ਗੱਲ ਐਕਟ ਕਰਦਾ, ਜਿਹੜੀ ਗੱਲ ਨੂੰ ਸਮਝ ਕੇ ਐਕਟ ਕਰਦਾ, ਤੇ ਆਬਜੈਕਟ ਉਹ ਆ ਜਿਹਦੇ ਤੇ ਐਕਟ ਕੀਤਾ ਜਾਂਦਾ। ਹੁਣ ਤੁਸੀਂ ਸਬਜੈਕਟ ਹੋ ਤੇ ਅਸੀਂ ਆਬਜੈਕਟ ਹੋਏ ਫਿਰਦੇ ਹਾਂ। ਸਾਡੇ ਨਾਲ ਜਦੋਂ ਤੁਸੀਂ the one who knows and acts, an object is the one who can be acted upon and also can be manipulated। ਤਾਂ ਇਹ ਗੱਲ ਆ ਵੀ ਇਹ ਸਬਜੈਕਟ ਆਬਜੈਕਟ ਥਿਊਰੀ ਇੱਥੇ ਪੈਦਾ ਕੀਤੀ ਗਈ ਆ। ਸਾਡੇ ਵੀ ਹੈਵ ਬੀਨ ਐਕਟਡ ਅਪੋਨ, ਸਾਨੂੰ ਤੁਸੀਂ ਜਿਵੇਂ ਮਰਜ਼ੀ ਵਰਗਲਾ ਸਕਦੇ ਹੋ, ਮੈਨੀਪੂਲੇਟ ਕਰ ਸਕਦੇ ਹੋ। ਤੇ ਜਿਹੜਾ ਤੁਸੀਂ ਆਹ ਦੇਖ ਲਓ ਵੀ ਵੋਟਾਂ ਦਾ ਆਧਾਰ ਹੀ ਇਹ ਆ। ਅੱਜ ਦੀ ਡੇਟ 'ਚ ਜਿੱਥੇ ਜਿੱਥੇ ਵੋਟਾਂ ਪੈਂਦੀਆਂ ਉਹਦਾ ਆਧਾਰ ਹੀ ਇਹ ਆ, ਜਿਹੜੀ ਪਾਰਟੀ ਲੋਕਾਂ ਨੂੰ ਮੈਨੀਪੂਲੇਟ ਸਭ ਤੋਂ ਵਧੀਆ ਢੰਗ 'ਚ ਮੈਨੀਪੂਲੇਟ ਕਰਨ 'ਚ ਕਾਮਯਾਬ ਹੋ ਜਾਂਦੀ ਆ, ਜਾਂ ਜਿਹੜੀ ਪਾਰਟੀ ਲੋਕਾਂ ਨੂੰ ਵਰਗਲਾਉਣ 'ਚ ਕਾਮਯਾਬ ਹੋ ਜਾਂਦੀ ਆ, ਉਹ ਪਾਰਟੀ ਜਿੱਤ ਜਾਂਦੀ ਆ। ਹੁਣ ਉਹ ਚਾਹੇ ਕੋਈ ਜਥੇਬੰਦੀ ਦੀਆਂ ਇਲੈਕਸ਼ਨਾਂ ਹੋਣ, ਉਹ ਚਾਹੇ ਸਟੇਟ ਇਲੈਕਸ਼ਨਸ ਹੋਣ, ਉਹ ਚਾਹੇ ਨੈਸ਼ਨਲ ਇਲੈਕਸ਼ਨਸ ਹੋਣ, ਇਹ ਤਾਂ ਆਪਾਂ ਸਾਰਿਆਂ ਨੂੰ ਪਤਾ। ਸੋ ਮੇਰੀ ਹੱਥ ਜੋੜ ਕੇ ਇਹੀ ਅਰਦਾਸ ਆ ਵੀ ਪੰਥ ਨੂੰ ਵੀ ਮੈਂ ਸਮਰਪਿਤ ਹਾਂ ਜੀ, ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਮਰਪਿਤ ਹਾਂ। ਇਹ ਮੈਂ ਗੱਲ ਆਪਦੇ ਪੂਰੇ ਤਨੋਂ ਮਨੋਂ ਧਨੋਂ ਕਰ ਰਿਹਾ ਜੀ। ਕੋਈ ਮੇਰੇ ਤੇ ਕਿਸੇ ਤਰ੍ਹਾਂ ਦੀ ਇਹ ਗੱਲ ਨਹੀਂ ਆ ਵੀ ਮੈਂ ਪੰਥ ਦੀ ਸ਼ਾਨ 'ਚ ਜਾ ਕੇ ਕੁਛ ਕਹਾਂ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ 'ਚ ਕੁਛ ਕਹਾਂ। ਅਕਾਲ ਤਖਤ ਸਾਹਿਬ ਦਾ ਜੋ ਹੁਕਮ ਆ ਸਿਰ ਮੱਥੇ। ਪਰ ਲੌਂਗੋਵਾਲ ਸਾਹਿਬ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਵੀ ਤੁਸੀਂ ਸਾਡੀ ਲੀਡਰਸ਼ਿਪ ਹੋ, ਤੇ ਅਸੀਂ ਜੇ ਸਵਾਲ ਆਪਦੇ ਕਸਟੋਡੀਅਨਸ ਨੂੰ ਨਹੀਂ ਕਰਾਂਗੇ, ਆਪਦੇ ਲੀਡਰਸ਼ਿਪ ਨੂੰ ਨਹੀਂ ਕਰਾਂਗੇ, ਤਾਂ ਫਿਰ ਜੇ ਸਾਡੀ ਆਵਾਜ਼ ਦਬਾ ਦਿੱਤੀ ਜਾਊਗੀ ਤਾਂ ਫਿਰ ਕੋਈ ਬਾਹਲੀ ਵਧੀਆ ਗੱਲ ਨਹੀਂ ਹੈ ਜੀ। ਕਿਉਂਕਿ ਤੁਸੀਂ ਸਾਡੀ ਜਿਹੜੀ ਇੱਕ ਜ਼ਮੀਰਾਂ ਨੂੰ ਜਦੋਂ ਆਈ ਕੁਚਲਦੇ ਰਹੋਗੇ ਜਾਂ ਸਾਨੂੰ ਮਾਰਦੇ ਰਹੋਗੇ ਜ਼ਮੀਰਾਂ ਨੂੰ, ਤਾਂ ਮੇਰੇ ਖਿਆਲ 'ਚ ਜਿਉਣਾ ਬਹੁਤ ਔਖਾ ਹੋ ਜਾਊਗਾ। ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹਿਣੀ ਬਣਦੀ ਸੀ, ਕਿਉਂਕਿ ਬਹੁਤ ਸਾਰੇ ਮੇਰੇ ਜਿਹੜੇ ਬੇਲੀ ਮਿੱਤਰ ਬਾਈ ਆ, ਉਹਨਾਂ ਨੇ ਮੈਨੂੰ ਬਹੁਤ ਸਾਰਾ ਸਾਥ ਤੇ ਪਿਆਰ ਦਿੱਤਾ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਹੜੀ ਬਹੁਤ ਜ਼ਰੂਰੀ ਆ, ਯਾਦ ਰੱਖਿਓ, ਸਾਡੀ ਲੜਾਈ ਪੰਜਾਬ ਦੀ ਲੜਾਈ ਆ, ਪੰਜਾਬ ਦੀ ਧਰਤੀ ਵਾਸਤੇ ਲੜ ਰਹੇ ਆ। ਕਿਉਂਕਿ ਇੱਕ ਹੋਰ ਗੱਲ ਜਿਹੜੀ ਮੈਂ ਲਿਖੀ ਆ ਆਪ, ਇਹ ਤਖਤ ਵੀ ਉਹੀ ਆ ਤੇ ਇਹ ਤਾਜ ਵੀ ਉਹੀ ਆ, ਇਹ ਸਾਜ ਵੀ ਉਹੀ ਆ ਤੇ ਰਾਗ ਵੀ ਉਹੀ ਆ। ਸਿਰਫ ਚਿਹਰੇ ਬਦਲੇ ਨੇ, ਇਹ ਰੂਹਾਂ ਉਹੀ ਨੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਗਾਟੇ ਉਹੀ ਨੇ ਜੇ ਤੁਹਾਡੀ ਤਲਵਾਰ ਵੀ ਉਹੀ ਆ। ਸੋ ਸਾਡੀ ਲੜਾਈ ਸਾਡੀ ਧਰਤੀ ਖਾਤਰ ਆ, ਸਾਡੀਆਂ ਜੜ੍ਹਾਂ ਖਾਤਰ ਆ, ਸਾਡੇ ਪੰਜਾਬ ਖਾਤਰ ਆ। ਇਹ ਗੱਲ ਮੈਂ ਸਾਰੇ ਪੰਜਾਬੀਆਂ ਨੂੰ, ਸਾਰੇ ਮੇਰੇ ਬੇਲੀ ਮਿੱਤਰਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਤਗੜੇ ਹੋ ਜਾਓ। ਸਾਨੂੰ ਆਪਦੇ ਆਪ ਨੂੰ ਇੰਟਲੈਕਚੁਅਲੀ ਵੀ ਉੱਤੇ ਚੱਕਣਾ, ਤੇ ਸਾਨੂੰ ਇਹ ਗੱਲ ਵੀ ਸਮਝਣੀ ਆ ਵੀ ਜੇ ਪੰਜਾਬ ਨਾਲ ਜਾਂ ਸਾਡੇ ਹੱਥੋਂ ਪੰਜਾਬ ਨਿਕਲ ਗਿਆ ਜਾਂ ਸਾਡੀਆਂ ਜੜ੍ਹਾਂ ਪੰਜਾਬ ਤੋਂ ਟੁੱਟ ਗਈਆਂ ਨਾ ਮਿੱਤਰੋ, ਤੇ ਮੁੜ ਕੇ ਕਿਤੇ ਜੜ ਨਹੀਂ ਲੱਗਣੀ। ਕਿਉਂਕਿ ਆਪਦੀ ਧਰਤੀ ਨਾਲ, ਸਾਡੀਆਂ ਜੜ੍ਹਾਂ ਨਾਲ ਸਾਡਾ ਬਹੁਤ ਕੁਝ ਜੁੜਿਆ ਹੁੰਦਾ। ਸੋ ਇਸ ਕਰਕੇ ਜਿਹੜੇ ਸਾਡੇ ਗੁਰੂ ਸਾਹਿਬਾਨ ਆ, ਉਹਨਾਂ ਨੇ ਸਾਨੂੰ ਆਦਰਸ਼ ਦਿੱਤੇ ਆ। 10ਵੇਂ ਪਾਤਸ਼ਾਹ ਨੇ ਜਿਹੜੀ ਸਾਨੂੰ ਇੱਕ ਤੁਸੀਂ ਕਹਿ ਲਓ ਵੀ ਸਾਡੇ ਅੰਦਰ ਗੁੜਤੀ ਦਿੱਤੀ ਆ, ਉਹ ਛਿਣ ਗਲਾਈ ਆ, ਉਹਨੂੰ ਅਸੀਂ ਜਿਉਂਦੇ ਰੱਖਣਾ। ਮੈਂ ਕਿਤੇ ਅੱਲਾ ਯਾਰ ਖਾਨ ਜਿਹੜੇ ਬਹੁਤ ਵੱਡੇ ਇੱਕ ਸ਼ਾਇਰ ਹੋਏ ਆ, ਉਹਨਾਂ ਦਾ ਇੱਕ ਨਜ਼ਮ ਪੜ੍ਹ ਰਿਹਾ ਸੀ 10ਵੇਂ ਪਾਤਸ਼ਾਹ, ਤੇ ਉਹਨਾਂ ਨੇ ਲਿਖਿਆ ਵੀ करतार की सौगंध है, नानक की कसम है, जितनी भी तारीफ करूं गुरु गोबिंद की कम है, पुरजोर मेरे हाथ में हर चंद मेरे हाथ में पुरजोर कलम है, सतगुर के लिखूं वसफ कहाँ ताबे रकम है। ਤਾਂ ਇਹ ਗੱਲ ਆ, ਫਿਰ ਇਹ ਉਹ ਸਤਿਗੁਰ ਦੀ ਗੱਲ ਆ, ਉਹਨਾਂ ਦੀ ਚਿਣਗਾ ਸਾਡੇ ਅੰਦਰ। ਸੋ ਮੈਂ ਜਿਵੇਂ ਤੁਹਾਨੂੰ ਕਿਹਾ, ਇਹ ਤਖਤ ਵੀ ਉਹੀ ਆ ਤੇ ਤਾਜ ਵੀ ਉਹੀ ਆ, ਇਹ ਸਾਜ ਵੀ ਉਹੀ ਆ ਤੇ ਰਾਗ ਵੀ ਉਹੀ ਆ। ਸਿਰਫ ਚਿਹਰੇ ਬਦਲੇ ਨੇ, ਇਹ ਰੂਹਾਂ ਉਹੀ ਨੇ। ਪਰ ਇਹਨਾਂ ਨੂੰ ਨਹੀਂ ਪਤਾ ਸਾਡੇ ਗਾਟੇ ਉਹੀ ਨੇ ਜੇ ਤੁਹਾਡੀ ਤਲਵਾਰ ਵੀ ਉਹੀ ਆ। ਤਾਂ ਕੋਈ ਗੱਲ ਨਹੀਂ ਬਾਈ, ਖੜੇ ਆ ਆਪਾਂ, ਤੁਹਾਡਾ ਸਾਥ ਚਾਹੀਦਾ। ਤੁਸੀਂ ਖੜੇ ਹੋ, ਮੈਂ ਖੜਾ, ਮੈਂ ਖੜਾ, ਤੁਸੀਂ ਖੜੇ ਹੋ। ਸੋ ਇਸ ਕਰਕੇ ਅਸੀਂ ਆਪਦੀਆਂ ਜੜ੍ਹਾਂ ਨੂੰ ਨਹੀਂ ਛੱਡਣਾ, ਉਹਨਾਂ ਨੂੰ ਹਰੇ ਰੱਖਣਾ। ਤੇ ਸਾਡੇ ਜਿਹੜਾ ਧਰਤੀ ਨਾਲੋਂ ਜੇ ਅਸੀਂ ਵੱਖ ਹੋ ਗਏ ਤਾਂ ਬੜਾ ਕੁਝ ਖੁਰ ਜਾਣਾ। ਇਹ ਗੱਲ ਯਾਦ ਰੱਖਿਓ। ਇਹ ਗੱਲ ਪੰਜਾਬ 'ਚ ਰਹਿੰਦੇ ਹਰ ਸ਼ਖਸ ਲਈ ਆ, ਹਰ ਉਸ NRI ਲਈ ਆ ਜਿਹੜਾ ਉਸ ਧਰਤੀ ਨੂੰ ਬਿਲੋਂਗ ਕਰਦਾ। ਹਰ ਸ਼ਖਸ ਦੀ ਗੱਲ ਕਰਦਾ ਮੈਂ, ਇਹਦੇ 'ਚ ਕੋਈ ਜਮਾਤ, ਧਰਮ ਜਾਂ ਇਸ ਗੱਲ 'ਚ ਕੋਈ ਹੋਰ ਦਰਜਾ ਬਦਰਜੀ ਨਹੀਂ ਆਉਂਦੀ। ਹਰ ਬੰਦਾ ਜੋ ਉਸ ਧਰਤੀ ਨੂੰ ਬਿਲੋਂਗ ਕਰਦਾ, ਉਸ
ਬੰਦੇ ਦੀ ਲੜਾਈ ਆ ਇਹ। ਤਾਂ ਇਸ ਕਰਕੇ ਜਿਉਂਦੇ ਵਸਦੇ ਰਹੋ। ਤੁਹਾਡਾ ਸਾਥ ਚਾਹੀਦਾ, ਤੁਹਾਡੀ ਹੱਲਾਸ਼ੇਰੀ ਬੜੀ ਜ਼ਰੂਰੀ ਆ, ਤੁਹਾਡੀ ਹਿੰਮਤ ਜਿਹੜੀ ਆ, ਉਹਦਾ ਹੌਸਲਾ ਹਿੰਮਤ ਬੜੀ ਜ਼ਰੂਰੀ ਆ, ਬਣਾ ਕੇ ਰੱਖਿਓ। ਇਸੇ ਗੱਲ ਤੇ ਆਪਾਂ ਅੱਜ ਮੈਂ ਤੁਹਾਡੇ ਤੋਂ ਵਿਦਾ ਲੈਣਾ। ਮੇਰੇ ਵੱਲੋਂ ਹਮੇਸ਼ਾ ਹੀ ਬਹੁਤ ਸਾਰਾ ਪਿਆਰ ਸਤਿਕਾਰ ਮੇਰੇ ਪੰਜਾਬ ਨੂੰ, ਮੇਰੇ ਪੰਜਾਬ ਦੇ ਵਸਦੇ ਮੇਰੇ ਜਿਹੜੇ ਬੇਲੀ ਮਿੱਤਰ ਯਾਰਾਂ ਨੂੰ, ਮੇਰੇ ਭਾਈਆਂ ਨੂੰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਗੁਰਪਿਆਰਿਓ, ਅੰਤ ਵਿੱਚ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਸਰਕਾਰਾਂ ਨੂੰ ਇਹ ਆਪ ਸੋਚਣਾ ਚਾਹੀਦਾ ਹੈ ਕਿ ਕਿੱਥੇ ਧੱਕੇਸ਼ਾਹੀ ਹੋ ਰਹੀ ਹੈ, ਕਿਉਂ ਇਨਜਸਟਿਸ ਕੀਤਾ ਜਾ ਰਿਹਾ ਹੈ, ਕਿਉਂ ਖੁਰਾਖੋਜ ਘੱਟ ਗਿਣਤੀਆਂ ਦੇ ਇਤਿਹਾਸ ਦਾ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਇੱਕ ਨਹੀਂ, ਦੋ ਨਹੀਂ, ਸੈਂਕੜੇ ਹੀ ਉਦਾਹਰਨਾਂ ਸਾਡੇ ਸਾਹਮਣੇ ਨੇ ਕਿ ਕਿੱਦਾਂ ਚੀਜ਼ਾਂ ਚੋਰੀ ਹੋ ਰਹੀਆਂ ਨੇ, ਕਿੱਦਾਂ ਇਤਿਹਾਸਿਕ ਸਰੋਤ ਚੋਰੀ ਹੋ ਰਹੇ ਨੇ। ਹਾਲ ਹੀ ਦੇ ਵਿੱਚ ਪਟਿਆਲੇ ਦੇ ਵਿੱਚੋਂ ਵੀ ਇੱਕ ਸਫਰੀ ਸਵਰੂਪ ਜੋ 100 ਸਾਲ ਤੋਂ ਵੀ ਪੁਰਾਤਨ ਦੱਸਿਆ ਜਾਂਦਾ ਹੈ, ਉਹ ਚੋਰੀ ਹੋ ਗਿਆ। ਇਹ ਉਹ ਸਵਰੂਪ ਸੀ ਜਦੋਂ ਫੌਜਾਂ ਜੰਗ ਵਾਸਤੇ ਜਾਂਦੀਆਂ ਸਨ, ਜਿਸ ਤੋਂ ਇਸ ਸਵਰੂਪ ਤੋਂ ਫੌਜਾਂ ਹੁਕਮਨਾਮਾ ਲਿਆ ਕਰਦੀਆਂ ਸਨ। ਪਰ ਇਹ ਕਿਉਂ ਹੋ ਰਿਹਾ ਹੈ? ਆਖਿਰ ਕਿਉਂ ਅੱਜ ਗੁਟਕਾ ਸਾਹਿਬ ਅਸੀਂ ਜਦੋਂ ਖੋਲ੍ਹਦੇ ਹਾਂ ਤਾਂ ਉਸ ਦੇ ਸਾਹਮਣੇ ਹਵਨ ਸਮੱਗਰੀ ਲਿਖੀ ਹੁੰਦੀ ਹੈ, ਹਵਨ ਦੀ ਵਿਧੀ ਲਿਖੀ ਹੁੰਦੀ ਹੈ। ਆਖਿਰ ਕਿਉਂ ਸਿੱਖ ਕੌਮ ਦੇ ਵਿੱਚ ਇਸ ਪੱਧਰ ਤੱਕ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੇਖਣ ਨੂੰ ਤਾਂ ਸਿੱਖ ਲੱਗੇ, ਪਰ ਉਸ ਦੀ ਜ਼ਹਿਨੀਅਤ ਇੱਕ ਬ੍ਰਾਹਮਣਵਾਦੀ ਬਣ ਕੇ ਰਹਿ ਜਾਵੇ। ਅਸੀਂ ਕਿਸੇ ਧਰਮ, ਕਿਸੇ ਵਰਗ ਦੇ ਖਿਲਾਫ ਨਹੀਂ, ਪਰ ਹਾਂ, ਜੇਕਰ ਕੋਈ ਸਾਡੇ ਧਰਮ ਦੇ ਵਿੱਚ ਮਿਲਾਵਟ ਕਰਨਾ ਚਾਹੇਗਾ, ਸਿੱਖਾਂ ਨੂੰ ਉਸ ਦੀ ਹੋਂਦ ਤੋਂ ਹਟਾਉਣਾ ਚਾਹੇਗਾ, ਸਿੱਖੀ ਦੀ ਪਹਿਚਾਣ ਮਿਟਾਉਣਾ ਚਾਹੇਗਾ, ਤਾਂ ਅਸੀਂ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਾਂਗੇ। ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨਾਨਕ ਨਾਮ ਲੇਵਾ ਸਿੱਖ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨਗੇ, ਕਿਉਂਕਿ ਬੇਸ਼ੱਕ ਅੱਜ ਦੀਪ ਸਿੱਧੂ ਵਰਗੇ ਬਹੁਤ ਸਾਰੇ ਨੌਜਵਾਨ ਮਨਮੁਖ ਨੇ ਜਿਨ੍ਹਾਂ ਨੇ ਦਾੜਾ ਪ੍ਰਕਾਸ਼ ਨਹੀਂ ਕੀਤਾ, ਕੇਸ ਨਹੀਂ ਰੱਖੇ ਹੋਏ, ਪਰ ਅੰਦਰ ਵਲਵਲਾ ਸਿੱਖੀ ਦਾ ਹਰ ਕਿਸੇ ਦੇ ਵਾਜਾਂ ਮਾਰਦਾ ਹੈ। ਤੇ ਜਿਸ ਦਿਨ ਉਸ ਕਲਗੀਧਰ ਨੂੰ ਲੋੜ ਪਈ ਆਪਣੇ ਸਿੰਘਾਂ ਦੀ ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਤਾਂ ਫਿਰ ਅਜਿਹੇ ਨੌਜਵਾਨ ਹੀ ਆਪਣਾ ਰੂਪ ਬਦਲਣਗੇ ਤੇ ਕੌਮ ਦੇ ਮੋਢੇ ਨਾਲ ਮੋਢਾ ਲਾ ਕੇ ਅੱਗੇ ਆਉਣਗੇ। ਇਸ ਲਈ ਅੱਜ ਸਾਡੀਆਂ ਸਮੂਹ ਜਥੇਬੰਦੀਆਂ ਦੇ ਸਮੂਹ ਆਗੂਆਂ ਦਾ ਪਹਿਲਾ ਫਰਜ਼ ਇਹ ਬਣਦਾ ਹੈ ਕਿ ਕੌਮ ਨੂੰ ਨਗਾਰ ਵਿੱਚ ਜਾਣ ਤੋਂ ਰੋਕਿਆ ਜਾਵੇ, ਕਿਸੇ ਦਾ ਹੱਥ ਠੋਕਾ ਬਣ ਕੇ ਨਾ ਚੱਲਿਆ ਜਾਵੇ ਤੇ ਕੌਮ ਦੇ ਹਿੱਤਾਂ ਵਿੱਚ ਫੈਸਲੇ ਲਿੱਤੇ ਜਾਣ। ਤੇ ਜਿਸ ਤੇ ਵੀ 250 ਤੋਂ ਵੱਧ ਸਵਰੂਪ ਗਾਇਬ ਕਰਵਾਏ ਨੇ, ਉਹਨਾਂ ਦਾ ਖੁਰਾਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾਵੇ, CBI ਇਨਕੁਆਇਰੀ ਦੀ ਮੰਗ ਚੱਕੀ ਜਾਵੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।